ਕਿਤਾਬਾਂ ਦੇ ਵਿੱਚ ਤੇ ਟੀਵੀ ਸੀਰੀਅਲਾਂ 'ਚ ਛਤਰਪਤੀ ਸ਼ਿਵਾਜੀ ਬਾਰੇ ਤੁਸੀਂ ਬਹੁਤ ਸੁਣਿਆ ਤੇ ਪੜ੍ਹਿਆ ਹੋਊਗਾ। ਪਰ ਅੱਜ ਉਸ ਮਹਿਲ ਦੇ ਵਿੱਚ ਲੈ ਕੇ ਆਏ ਹਾਂ, ਉਹਨਾਂ ਦੀਵਾਰਾਂ ਕੋਲ ਲੈ ਕੇ ਆਏ ਹਾਂ, ਉਹਨਾਂ ਦਰਵਾਜ਼ਿਆਂ ਕੋਲ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਛਤਰਪਤੀ ਸ਼ਿਵਾਜੀ ਨੇ ਛੋਹਿਆ। ਜਿਨ੍ਹਾਂ ਕੰਧਾਂ ਦੇ ਵਿੱਚ, ਜਿਹੜੇ ਵਿਹੜੇ ਦੇ ਵਿੱਚ ਉਹ ਪਲਿਆ, ਜਿੱਥੇ ਵੱਡਾ ਹੋਇਆ, ਜਿੱਥੋਂ ਉੱਠ ਕੇ ਉਹ ਮਹਾਨਾਇਕ ਬਣਿਆ, ਉਸ ਇਤਿਹਾਸ ਨੂੰ ਆਜੋ ਛੋਹਨੇ ਹਾਂ। ਬਣੇ ਰਹੋ ਹਰਭੇਜ ਸਿੱਧੂ ਦੇ ਨਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਬਹੁਤ ਘੈਂਟ ਚੀਜ਼ ਵਿਖਾਉਣੀ ਆ। ਤੁਹਾਨੂੰ ਮੈਂ ਦੱਸ ਦਿਆਂ ਵੀ ਇਹ ਲਾਲ ਪੈਲਸ ਵੱਜਦਾ, ਨੂੰ ਲਾਲ ਮਹਿਲ ਕਹਿੰਦੇ ਆ। ਇਸ ਵਕਤ ਅਸੀਂ ਪੂਨੇ ਦੇ ਵਿੱਚ ਆ ਤੇ ਪੂਨਾ ਹੈਗਾ ਮਹਾਰਾਸ਼ਟਰ ਦੇ ਵਿੱਚ। ਇਹ ਤੁਹਾਨੂੰ ਦੱਸ ਦਿਆਂ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਮਰਾਠਾ ਹੋਏ ਨੇ। ਇਹ ਉਹਨਾਂ ਦੇ ਪਿਤਾ ਜੀ ਨੇ ਬਣਵਾਇਆ ਸੀ, ਜਿਹਨੂੰ ਸ਼ਾਹੂ ਜੀ ਕਹਿ ਦਿੰਦੇ ਨੇ ਅਕਸਰ। ਤਾਂ ਉਹਨਾਂ ਨੇ ਲਾਲ ਮਹਿਲ ਬਣਾਇਆ ਸੀਗਾ ਆਪਣੀ ਪਤਨੀ ਤੇ ਆਪਣੇ ਬੱਚੇ ਸ਼ਿਵਾਜੀ, ਛਤਰਪਤੀ ਸ਼ਿਵਾਜੀ ਲਈ। ਤੇ ਉਹਨਾਂ ਵੇਲਿਆਂ ਦਾ ਹੀ ਬਣਿਆ ਹੋਇਆ ਵਾ। ਥੋੜ੍ਹੇ ਘਣੇ ਬਦਲਾਅ ਹੋਏ ਪਰ ਲਗਭਗ ਉਵੇਂ ਦਾ ਉਵੇਂ ਹੀ ਪਿਆ ਵਾ ਤੇ ਹਜੇ ਤੱਕ ਇਹਦੀ ਸੁੰਦਰਤਾ ਬਰਕਰਾਰ ਆ। ਬਹੁਤ ਸਾਰਿਆਂ ਦੇ ਇੱਥੇ ਹਮਲੇ ਹੋਏ ਪਰ ਫਿਰ ਵੀ ਆਖਰ ਤੇ ਸ਼ਿਵਾਜੀ ਮਹਾਰਾਜ ਹੁਣਾਂ ਨੇ ਇਹ ਜਿੱਤ ਲਿਆ ਸੀਗਾ। ਮਤਲਬ ਜ਼ਿਆਦਾਤਰ ਜਿਹੜਾ ਬਚਪਨ ਸੀ ਸ਼ਿਵਾਜੀ ਮਰਾਠਾ ਜੀ, ਛਤਰਪਤੀ ਜੀ ਦਾ ਇੱਥੇ ਹੀ ਬੀਤਿਆ ਸੀਗਾ। ਉਹਨਾਂ ਦੀ ਮਾਤਾ ਜੀਜਾਬਾਈ ਤੇ ਛਤਰਪਤੀ ਸ਼ਿਵਾਜੀ ਉਹ ਜ਼ਿਆਦਾਤਰ ਇੱਥੇ ਹੀ ਰਿਹਾ ਕਰਦੇ ਸੀਗੇ। ਬਚਪਨ ਉਹਨਾਂ ਦਾ ਇੱਥੇ ਹੀ ਬੀਤਿਆ ਤੇ ਇੱਥੇ ਮਿਊਜ਼ੀਅਮ ਬਣਿਆ ਹੋਇਆ ਵਾ। ਕਹਿ ਸਕਦੇ ਹਾਂ ਕਿ ਪੂਨੇ ਦੀ ਆਨ ਬਾਨ ਸ਼ਾਨ ਦਾ ਵੀ ਪ੍ਰਤੀਕ ਆ ਇਹ। ਤੇ ਉਸ ਸਮੇਂ ਦੀ ਲੱਕੜੀ ਲੱਗੀ ਹੋਈ ਆ ਤੇ ਬਾ ਕਮਾਲ ਆ। ਇਹ ਖਾਸ ਤੌਰ ਤਰੀਕੇ ਨਾਲ ਬਣਾਇਆ ਗਿਆ ਸੀ ਤੇ ਸੁਰੱਖਿਆ ਪੱਖ ਤੋਂ ਵੀ ਬਹੁਤ ਮਜ਼ਬੂਤ ਸੀ। ਅੱਜ ਇਹਦੇ ਬਾਰੇ ਸਾਰੀ ਗੱਲਬਾਤ ਆਪਾਂ ਕਰਨੀ ਆ ਤੇ ਸਾਰਾ ਤੁਹਾਨੂੰ ਇਤਿਹਾਸ ਦੱਸਾਂਗੇ। ਮਤਲਬ ਕਿ ਕਿਉਂਕਿ ਜਿਸ ਹਿਸਾਬ ਨਾਲ ਦੱਖਣੀ ਭਾਰਤ ਦੇ ਵਿੱਚ ਕਹਿ ਸਕਦੇ ਹਾਂ ਕਿ ਮਰਾਠਾ ਸਾਮਰਾਜ ਬਹੁਤ ਵੱਡਾ ਸੀਗਾ ਤੇ ਮਰਾਠਾ ਸਾਮਰਾਜ ਨੂੰ ਉੱਤੇ ਲਿਜਾਣ ਦੇ ਵਿੱਚ ਛਤਰਪਤੀ ਸ਼ਿਵਾਜੀ ਦਾ ਬਹੁਤ ਵੱਡਾ ਰੋਲ ਸੀ। ਤੇ ਆਜੋ ਸਾਰਾ ਵੇਖਦੇ ਤੇ ਨਾਲੇ ਗੱਲਬਾਤ ਕਰਦੇ ਹਾਂ। ਜਦੋਂ ਸ਼ਿਵਾਜੀ ਦੀ ਪੂਰੀ ਚੜ੍ਹਾਈ ਸੀ ਨਾ, ਤਾਂ ਬੀਜਾਪੁਰ ਦੇ ਹਾਕਮ ਤੋਂ ਜਰੀ ਨਹੀਂ ਗਈ। ਉਹਨੇ ਅਫਜ਼ਲ ਖਾਨ ਨੂੰ ਨਾ ਪੂਰੀ ਤਕੜੀ ਫੌਜ ਦੇ ਕੇ ਭੇਜਤਾ ਵੀ ਜਾ ਕੇ ਕਿਸੇ ਵੀ ਤਰੀਕੇ ਸ਼ਿਵਾਜੀ ਨੂੰ ਨੱਥ ਪਾ ਲਾ। ਉਹਨੇ ਦੇਖਿਆ ਵੀ ਫੌਜ ਨਾਲ ਤਾਂ ਭਾਵੇਂ ਕਿੱਡੀ ਮਰਜ਼ੀ ਭਾਰੀ ਆ, ਸ਼ਿਵਾਜੀ ਨੂੰ ਹਰਾਇਆ ਜਾ ਹੀ ਨਹੀਂ ਸਕਦਾ। ਤਾਂ ਉਹਨੇ ਨਾ ਮਿਲਣ ਦਾ ਬਹਾਨਾ ਭਾਲ ਲਿਆ ਕਿ ਭਾਈ ਤੈਨੂੰ ਮਿਲਣਾ, ਗੱਲਬਾਤ ਕਰਨੀ ਆ। ਗੱਲਬਾਤ ਵਾਸਤੇ ਸ਼ਿਵਾਜੀ ਆ ਗਏ। ਜਦੋਂ ਉੱਥੇ ਭਾਈ ਗੱਲਬਾਤ ਆਪਸ ਵਿੱਚ ਘਰਦਿਆਂ ਤੋਂ ਗੱਲ ਵਿਗੜ ਗਈ। ਉਹ ਚਾਹੁੰਦੇ ਸੀ ਅਸਲ ਦੇ ਵਿੱਚ ਸ਼ਿਵਾਜੀ ਦਾ ਕਤਲ ਕਰਨਾ। ਫਿਰ ਸ਼ਿਵਾਜੀ ਦੇ ਹੱਥ ਦੇ ਵਿੱਚ ਲੋਹੇ ਦਾ ਪੰਜਾ ਪਾਇਆ ਸੀ। ਉਹਨਾਂ ਨੇ ਉਸੇ ਵਕਤ ਅਫਜ਼ਲ ਖਾਨ ਦਾ ਢਿੱਡ ਪਾੜ ਕੇ ਉਹਦਾ ਕਤਲ ਕਰਤਾ। ਤੇ ਗੁੱਸਾ ਸ਼ਿਵਾਜੀ ਦਾ ਠੰਡਾ ਨਹੀਂ ਹੋਇਆ। ਫਿਰ ਇਹਨਾਂ ਨੇ ਕ੍ਰਿਸ਼ਨਾ ਦਰਿਆ ਦੇ ਨਾਲ ਲੱਗਦੇ ਸਾਰੇ ਇਲਾਕੇ ਬੀਜਾਪੁਰ ਦੀ ਫੌਜ ਤੋਂ, ਉਹਨਾਂ ਦੇ ਅਧੀਨਗੀ ਤੋਂ ਖੋਲ੍ਹੇ ਸੀ। ਬੀਜਾਪੁਰ ਦੀ ਫੌਜ ਨੇ 3 ਵਾਰ ਹਮਲੇ ਕੀਤੇ ਕਿ ਆਪਾਂ ਇਲਾਕੇ ਵਾਪਸ ਲੈ ਲਈਏ, ਪਰ ਇੱਕ ਨਹੀਂ ਚੱਲੀ ਉਹਨਾਂ ਦੀ ਫੌਜ ਦੀ। ਦਰਸ਼ਕੋ, ਇਹ ਜਿਹੜਾ ਸੀਗਾ ਲਾਲ ਮਹਿਲ 1630 ਦੇ ਵਿੱਚ ਬਣਾਇਆ ਗਿਆ ਸੀਗਾ। ਸ਼ਿਵਾਜੀ ਦੇ ਪਿਤਾ ਜੀ ਸੀਗੇ ਸ਼ਾਹੂ ਜੀ, ਜਿਹਨੂੰ ਸ਼ਾਹ ਜੀ ਭੋਸਲੇ ਵੀ ਕਹਿੰਦੇ ਸੀ। ਇਹ ਉਹਨਾਂ ਨੇ ਬਣਾਇਆ ਸੀਗਾ। ਤੇ ਤੁਹਾਨੂੰ ਮੈਂ ਦੱਸਦਾ ਵੀ ਸ਼ਿਵਾਜੀ ਮਹਾਰਾਜ ਦਾ ਜਨਮ ਸ਼ਿਵਨੇਰੀ ਕਿਲੇ ਦੇ ਵਿੱਚ ਹੋਇਆ ਸੀਗਾ। 1646 ਵਿੱਚ ਤੋਰਨਾ ਕਿਲਾ ਜਿੱਤਣ ਤੱਕ ਸ਼ਿਵਾਜੀ ਮਹਾਰਾਜ ਇੱਥੇ ਹੀ ਰਿਹਾ ਕਰਦੇ ਸੀਗੇ। ਇੱਥੇ ਉਹਨਾਂ ਦੀ ਮਾਤਾ ਜੀ ਹੁੰਦੀ ਸੀਗੀ। ਮਤਲਬ ਕਿਰਤੀ ਪਰਿਵਾਰ ਸੀਗਾ ਇੱਕ ਕਿਸਮ ਦਾ। ਤੇ ਇੱਥੇ ਮੈਂ ਕਹਿੰਦਾ ਇੱਕ ਨਾ ਸਾਇਸਤਾ ਖਾਂ ਹੋਇਆ ਵਾ, ਜਿਹੜਾ ਕਿ ਔਰੰਗਜ਼ੇਬ ਦਾ ਮਾਮਾ ਸੀ। ਉਹਨੇ ਵੀ ਇੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਵੱਡੀ ਫੌਜ ਲਿਆ ਕੇ ਇੱਧਰੋਂ ਦਾ ਸੂਬੇਦਾਰ ਥਾਪਿਆ ਸੀਗਾ ਉਹਨੇ, ਔਰੰਗਜ਼ੇਬ ਨੇ, ਤੇ ਉਹਨੇ ਇੱਥੇ ਹਮਲਾ ਕੀਤਾ ਸੀ। ਤੇ ਉਦੋਂ ਸ਼ਿਵਾਜੀ ਮਹਾਰਾਜ ਇੱਥੇ ਰਹਿੰਦੇ ਨਹੀਂ ਸੀਗੇ। ਤਾਂ ਇਸ ਮਹਿਲ ਨੂੰ ਛਡਾਉਣ ਦੇ ਲਈ ਸ਼ਿਵਾਜੀ ਮਹਾਰਾਜ ਨੇ ਆਪਣੇ 200-250 ਸੈਨਿਕਾਂ ਨੂੰ ਨਾਲ ਲੈ ਕੇ ਰਾਤ ਨੂੰ ਆਏ ਸੀਗੇ, ਇੱਕ ਬਰਾਤ ਦੇ ਰੂਪ ਦੇ ਵਿੱਚ ਆ ਕੇ ਇੱਥੇ ਹਮਲਾ ਕਰਤਾ ਸੀ। ਤੇ ਹਮਲਾ ਕਰਕੇ ਕਿਲੇ 'ਚ ਹੜਕੰਪ ਮਚਾਤਾ ਸੀ, ਇੱਕਦਮ ਵੱਢ ਟੁੱਕ ਕਰਤੀ ਸੀ। ਜਿਹੜਾ ਸਾਇਸਤਾ ਖਾਂ ਸੀ ਨਾ, ਉਹ ਬਾਰੀ ਤੋਂ ਨਿਕਲ ਕੇ ਭੱਜਣ ਲੱਗਿਆ ਸੀ। ਕਿਰਪਾਨ ਮਾਰ ਕੇ ਉਹਦੀਆਂ 3 ਉਂਗਲਾਂ ਕੱਟੀਆਂ ਗਈਆਂ ਸੀ। ਤੇ ਜਦੋਂ ਉਹ ਔਰੰਗਜ਼ੇਬ ਕੋਲੇ ਪਹੁੰਚਿਆ ਸਾਇਸਤਾ ਖਾਂ, ਤੋਂ ਉਹਦੀ ਬਹੁਤ ਬੇਇੱਜ਼ਤੀ ਹੋਈ ਸੀਗੀ ਵੀ ਤੂੰ ਤਾਂ ਉਂਗਲਾਂ ਕਟਾ ਕੇ ਆ ਗਿਆ ਨਾ। ਵਾਹਵਾ ਲਾਪਾ ਹੋਈ ਸੀ। ਉਹ ਸੀਗਾ ਔਰੰਗਜ਼ੇਬ ਦਾ ਮਾਮਾ ਸਾਇਸਤਾ ਖਾਂ, ਤੇ ਉਹ ਵੀ ਇੱਥੇ ਆ ਕੇ ਗਿਆ ਸੀ। ਉਸ ਤੋਂ ਬਾਅਦ ਸ਼ਿਵਾਜੀ ਮਰਾਠਾ ਛਤਰਪਤੀ ਜੀ ਨੇ ਇੱਥੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਮਤਲਬ ਕਿ ਬਹੁਤ ਤਕੜਾ ਇਤਿਹਾਸ ਆ। ਤੁਸੀਂ ਵੇਖੋਗੇ ਕਿ ਇਸ ਦੱਖਣ ਦੇ ਏਰੀਆ ਵਿੱਚ ਪੂਨੇ ਦੇ ਵਿੱਚ ਥਾਂ ਥਾਂ ਤੇ ਤੁਸੀਂ ਇਤਿਹਾਸ ਵੇਖ ਸਕਦੇ ਹੋ, ਜਿਨ੍ਹਾਂ ਵਿੱਚ ਸਿੰਘਗੜ੍ਹ ਦਾ ਕਿਲ੍ਹਾ ਵੀ ਆਉਂਦਾ ਵਾ, ਜਿਹਦੇ ਵਿੱਚ ਸ਼ਨੀਵਾੜਾ ਵੀ ਆਉਂਦਾ ਵਾ। ਹੋਰ ਬਹੁਤ ਸਾਰੇ ਪਾਕ ਪਵਿੱਤਰ ਮੰਦਿਰ ਵੀ ਬਣੇ ਹੋਏ ਨੇ। ਦਰਸ਼ਕੋ, ਵੀ ਤਕਰੀਬਨ 15 ਅਪ੍ਰੈਲ 1663 ਦੇ ਵਿੱਚ ਸਾਇਸਤਾ ਖਾਂ ਨੇ ਇੱਥੇ ਹਮਲਾ ਕੀਤਾ ਸੀ ਤੇ ਉਦੋਂ ਫਿਰ ਬਰਾਤ ਦੇ ਰੂਪ 'ਚ ਆ ਕੇ ਜਿੱਤ ਲਿਆ ਸੀਗਾ। ਇਹ ਗੱਲ ਤੁਹਾਨੂੰ ਪਤਾ ਲੱਗ ਗਈ। ਤੁਹਾਨੂੰ ਮੈਂ ਦੱਸਦੇ ਹਾਂ ਵੀ ਜਿਹੜਾ ਆਪਣਾ ਮਰਾਠਾ ਸ਼ਿਵਾਜੀ ਛਤਰਪਤੀ ਜੀ ਸਨ, ਇਹਨਾਂ ਦੇ ਮਾਤਾ ਜੀ ਬਹੁਤ ਧਾਰਮਿਕ ਵਿਚਾਰਾਂ ਵਾਲੇ ਸੀ।
ਤੇ ਇੱਥੇ ਰਹਿ ਕੇ ਸ਼ਿਵਾਜੀ ਮਤਲਬ ਆਪਣੇ ਦੋਸਤਾਂ ਦੇ ਨਾਲ ਰਲ ਕੇ ਨਾ ਜੋਟੀਆਂ ਬਣਾ ਕੇ ਯੁੱਧ ਦੇ ਅਭਿਆਸ ਵੀ ਕਰਿਆ ਕਰਦੇ ਸੀਗੇ। ਮਤਲਬ ਕਿ ਉਦੋਂ ਵੰਗਾਰਦੇ ਹੁੰਦੇ ਸੀ ਵੀ ਕਿਤੇ ਮੈਂ ਆਪਦਾ ਰਾਜ ਕਾਇਮ ਕਰਨਾ ਵਾ, ਕਿਉਂਕਿ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਨੇ ਬੀਜਾਪੁਰ ਦੀ ਸਲਤਨਤ ਦੇ ਅਧੀਨ ਵੀ ਕੰਮ ਕੀਤਾ ਸੀ, ਮੁਗਲ ਸਲਤਨਤ ਦੇ ਅਧੀਨ ਵੀ ਕੰਮ ਕੀਤਾ ਸੀ ਤੇ ਹੋਰ ਇੱਕ ਦੋ ਸੰਸਥਾਵਾਂ ਦੇ ਅਧੀਨ ਕੰਮ ਕੀਤਾ ਸੀਗਾ। ਉਹ ਚਾਹੁੰਦੇ ਸੀ ਵੀ ਸਾਡਾ ਆਪਣਾ ਰਾਜ ਹੋਵੇ। ਉਹਨਾਂ ਨੇ ਆਪਣਾ ਰਾਜ ਭਾਗ ਪ੍ਰਾਪਤ ਕਰਨ ਦੇ ਲਈ ਹੀ ਮਤਲਬ ਏਡਾ ਵੱਡਾ ਰਾਜ ਖੜਾ ਕੀਤਾ ਸੀਗਾ। ਉਹਨਾਂ ਨੇ ਆਪਣੀ ਸੈਨਾ ਬਣਾਉਣੀ ਸ਼ੁਰੂ ਕਰਤੀ ਸੀ ਤੇ ਨਵਾਂ ਜੋਸ਼ ਭਰਨਾ ਸ਼ੁਰੂ ਕਰਤਾ ਸੀਗਾ ਤੇ ਮੁਗਲਾਂ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰਤੀ ਸੀ। ਤੁਹਾਨੂੰ ਵੀ ਦੱਸਦਾ ਮੈਂ, ਗੁਰੀਲਾ ਯੁੱਧ ਨੀਤੀ ਦੇ ਵਿੱਚ ਵੀ ਬਹੁਤ ਮਾਰ ਹੁੰਦੇ ਸੀਗੇ। ਮਤਲਬ ਹਮਲਾ ਕਰਨਾ ਤੇ ਫਰਾਰ ਹੋ ਜਾਣਾ, ਤੇ ਜੰਗਲ ਵਗੈਰਾ ਬਹੁਤ ਹੁੰਦੇ ਸੀ ਇੱਥੇ, ਤੇ ਬਹੁਤ ਉੱਚੇ ਉੱਚੇ ਪਹਾੜੀ ਏਰੀਆ ਬਹੁਤ ਉੱਚਾ, ਪਰ ਉਹਨੂੰ ਫਤਿਹ ਕਰਦੇ ਰਹੇ ਤੇ ਹਮਲਾ ਕਰਕੇ ਫਰਾਰ ਹੋ ਜਾਂਦੇ ਹੁੰਦੇ ਸੀ। ਤੁਸੀਂ ਆ ਵੇਖ ਰਹੇ ਹੋ ਇੱਥੇ ਵੀ ਉਹਨਾਂ ਸ਼ਿਵਾਜੀ ਦੀ ਮਾਤਾ ਜੀ ਜੀਜਾ ਬਾਈ ਜੀ ਤੇ ਨਾਲ ਸ਼ਿਵਾਜੀ ਦੀ ਤਸਵੀਰ ਤੁਸੀਂ ਬਹੁਤ ਵੇਖ ਰਹੇ ਹੋ। ਤੁਹਾਨੂੰ ਵੀ ਦੱਸਦੇ ਹਾਂ ਵੀ ਜਿੱਥੇ ਇੱਕ ਸੂਰਵੀਰ ਨੂੰ ਪੈਦਾ ਕਰਨ 'ਚ ਮਾਂ ਦਾ ਵੱਡਾ ਰੋਲ ਹੁੰਦਾ, ਉਵੇਂ ਹੀ ਮਾਂ ਦਾ ਉਹਨਾਂ ਨੂੰ ਸੂਰਬੀਰਤਾ ਬਣਾਈ ਰੱਖਣ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਵਾ। ਤੇ ਕਿਉਂਕਿ ਇੱਥੋਂ ਹਲ ਤੋਂ ਪਤਾ ਲੱਗਦਾ ਵੀ ਇਹ ਕਿਸਾਨੀ ਪਰਿਵਾਰ ਨੂੰ ਸੰਬੰਧ ਰੱਖਦੇ ਸੀ, ਮਿਹਨਤਕਸ਼ ਪਰਿਵਾਰ ਸੀਗਾ, ਮਤਲਬ ਆਪਦੇ ਹੱਕਾਂ ਲਈ ਲੜਨ ਵਾਲਾ ਪਰਿਵਾਰ ਸੀ। ਇਸੇ ਕਰਕੇ ਅੱਜ ਦੁਨੀਆ ਤੇ ਨਾ ਤੁਸੀਂ ਵੇਖੋਗੇ ਅੰਦਰ ਮਾਤਾ ਜੀ ਦੀ ਤਸਵੀਰ ਲੱਗੀ ਹੋਈ ਹੈ ਜੀਜਾ ਬਾਈ ਜੀ ਦੀ। ਮਤਲਬ ਕਿ ਇੱਥੇ ਮਾਤਾ ਨੂੰ ਵੀ ਉਨੀ ਹੀ ਤਰਜੀਹ ਦਿੱਤੀ ਗਈ ਜਾਂਦੀ ਹੈ ਜਿੰਨੀ ਛਤਰਪਤੀ ਸ਼ਿਵਾਜੀ ਮਰਾਠਾ ਨੂੰ ਦਿੱਤੀ ਜਾਂਦੀ ਆ। ਮਤਲਬ ਮਾਂ ਦਾ ਵੀ ਰੋਲ ਬਹੁਤ ਵੱਡਾ ਦਿਖਾਇਆ ਗਿਆ ਵਾ, ਤੇ ਇਹ ਹੈ ਵੀ ਸਹੀ ਗੱਲ ਆ, ਕਿਉਂਕਿ ਜ਼ਿਆਦਾਤਰ ਸ਼ਿਵਾਜੀ ਦਾ ਜੀਵਨ ਮਾਂ ਦੇ ਨਾਲ ਹੀ ਗੁਜ਼ਰਿਆ ਸੀਗਾ। ਜਿਹੜੇ ਪਿਤਾ ਜੀ ਸੀ ਇਹ ਦੂਰ ਪਾਸੇ ਕਿਤੇ ਹੋਰ ਰਹਿੰਦੇ ਸੀਗੇ, ਜ਼ਿਆਦਾ ਸਮਾਂ ਇੱਥੇ ਇਸ ਮਹਿਲ ਦੇ ਵਿੱਚ ਹੀ ਉਹਨਾਂ ਦਾ ਗੁਜ਼ਰਿਆ ਸੀ। ਕੁਝ ਸਰੋਤਾਂ ਦੇ ਮੁਤਾਬਕ ਸ਼ਿਵਾਜੀ ਦਾ ਜਨਮ 1627 ਈਸਵੀ ਦੇ ਵਿੱਚ ਹੋਇਆ ਸੀ ਤੇ ਕੁਝ ਆਖਦੇ ਆ ਕਿ 1630 ਈਸਵੀ ਦੇ ਵਿੱਚ ਹੋਇਆ ਸੀ। ਪਰ ਇੱਕ ਚੀਜ਼ ਕਨਫਰਮ ਆ ਕਿ ਸ਼ਿਵਨੇਰੀ ਕਿਲੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦੇ ਪਿਤਾ ਜੀ ਅਹਿਮਦਨਗਰ ਦੇ ਵਿੱਚ ਬਹੁਤ ਵੱਡੇ ਅਹੁਦੇ 'ਤੇ ਕੰਮ ਕਰਦੇ ਸੀ। ਉਹਨਾਂ ਦਾ ਵਿਆਹ ਅਹਿਮਦਨਗਰ ਦੇ ਮਰਹੱਠਾ ਜਗੀਰਦਾਰ ਜੈਦੇਵ ਰਾਓ ਜੀ ਦੀ ਪੁੱਤਰੀ ਜੀਜਾ ਬਾਈ ਨਾਲ ਹੋਇਆ ਸੀ। ਮਤਲਬ ਜੀਜਾ ਬਾਈ ਜੀ ਸ਼ਿਵਾਜੀ ਦੀ ਮਾਤਾ ਸੀ। ਦਰਸ਼ਕੋ, ਔਰੰਗਜ਼ੇਬ ਨੇ ਸ਼ਿਵਾਜੀ ਮਹਾਰਾਜ ਨੂੰ ਗ੍ਰਿਫਤਾਰ ਕਰਨ ਲਈ ਰਾਜਾ ਜੈ ਸਿੰਘ ਨੂੰ ਭੇਜਿਆ ਸੀਗਾ ਵੀ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ ਛਤਰਪਤੀ ਜੀ ਨੂੰ, ਪਰ ਉਹ ਗ੍ਰਿਫਤਾਰ ਤਾਂ ਨਹੀਂ ਹੋਏ ਸੀਗੇ। ਪਰ ਗੱਲ ਇਉਂ ਬਣੀ ਕਿ ਰਾਜਾ ਜੈ ਸਿੰਘ ਨੇ ਕਿਹਾ ਵੀ ਆਪਾਂ ਦੋਸਤਾਨਾ ਸੰਬੰਧ ਕਰ ਲੈਂਦੇ ਹਾਂ ਔਰੰਗਜ਼ੇਬ ਦੇ ਨਾਲ, ਵੀ ਤੂੰ ਸਾਡੇ ਨਾਲ ਚੱਲ। ਮਤਲਬ ਕਿ ਯਕੀਨ ਕਰਕੇ ਸ਼ਿਵਾਜੀ ਹੁਣੀ ਨਾਲ ਚਲੇ ਗਏ। ਉੱਥੇ ਜਾ ਕੇ ਫਿਰ ਸ਼ਿਵਾਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਜਦੋਂ ਗ੍ਰਿਫਤਾਰ ਕਰ ਲਿਆ ਤਾਂ ਸ਼ਿਵਾਜੀ ਨੇ ਇੱਕ ਚਲਾਕੀ ਦਿਖਾਈ ਉੱਥੇ, ਕਹਿੰਦੇ ਵੀ ਮੇਰੇ ਤਾਂ ਪੇਟ 'ਚ ਦਰਦ ਹੁੰਦਾ, ਜਿਹੜਾ ਕਿ ਸਰੋਤਾਂ ਤੋਂ ਆਮ ਪਤਾ ਲੱਗਦਾ ਵਾ ਤੇ ਜਿਹੜੀ ਲੋਕਾਂ ਦੇ ਵਿੱਚ ਵੀ ਆਮ ਚਰਚਾ। ਉਹ ਪੇਟ 'ਚ ਜਦੋਂ ਦਰਦ ਹੋਣ ਲੱਗਿਆ ਕਹਿੰਦੇ ਵੀ ਦਰਬਾਰ 'ਚ ਲੈਟ ਗਏ। ਫਿਰ ਇਹਨਾਂ ਨੂੰ ਅੱਡ ਕਮਰੇ 'ਚ ਭੇਜਿਆ ਗਿਆ ਜਿੱਥੇ ਰੱਖਿਆ ਗਿਆ। ਉੱਥੇ ਭਾਰੀ ਫੋਰਸ ਵੀ ਲਾਈ ਗਈ, ਪਰ ਉਹਦੇ ਨਾਲ ਦੀ ਨਾਲ ਸ਼ਿਵਾਜੀ ਦੀ ਗੱਲ ਮੰਨੀ ਵੀ ਜਾਂਦੀ ਸੀ ਵੀ ਮੈਨੂੰ ਨਾ ਮਤਲਬ ਵੱਡੇ ਬਰਫੀ ਦੇ ਭਰੇ ਹੋਏ ਭੰਡਾਰ ਲੈ ਕੇ ਆਓ ਮੇਰੇ ਵਾਸਤੇ, ਵੀ ਮੈਂ ਗਰੀਬਾਂ 'ਚ ਵੰਡਣੇ ਆ, ਟੋਕਰੇ ਲੈ ਕੇ ਆਓ। ਤੇ ਆਖਰ ਦੇ ਵਿੱਚ ਕੁਝ ਸਮਾਂ ਉਹ ਗਰੀਬਾਂ 'ਚ ਟੋਕਰੇ ਵੰਡਦੇ ਰਹੇ ਮਠਿਆਈ ਦੇ। ਤੇ ਇੱਕ ਦਿਨ ਫਿਰ ਸ਼ਿਵਾਜੀ ਤੇ ਉਹਨਾਂ ਦਾ ਪੁੱਤਰ ਉਹ ਇੱਕ ਵਿੱਚ ਬਹਿ ਕੇ ਮਤਲਬ ਟੋਕਰਿਆਂ ਦੇ ਵਿੱਚ ਬਹਿ ਕੇ ਹੀ ਫਰਾਰ ਹੋ ਗਏ ਸੀਗੇ। ਤੇ ਬਾਅਦ ਦੇ ਵਿੱਚ ਇੱਥੇ ਮਰਾਠਾ ਇੱਥੇ ਸਿੰਘਗੜ੍ਹ ਦੇ ਕਿਲੇ 'ਚ ਆ ਗਏ ਸੀ। ਤੇ ਇਸੇ ਤਰੀਕੇ ਦੇ ਨਾਲ ਹੀ ਔਰੰਗਜ਼ੇਬ ਦੀ ਮਤਲਬ ਰਿਆਸਤ ਦੇ ਵਿੱਚੋਂ ਨਿਕਲ ਕੇ ਆਪਣੇ ਰਾਜ ਭਾਗ ਲਈ ਉਹਨਾਂ ਨੇ ਯਤਨ ਕਰਨੇ ਸ਼ੁਰੂ ਕਰਤੇ ਸੀ। ਦਰਸ਼ਕੋ, ਛਤਰਪਤੀ ਸ਼ਿਵਾਜੀ ਨੇ ਗੋਲਕੁੰਡਾ ਨਿਜ਼ਾਮ ਦੀ ਸਹਾਇਤਾ ਦੇ ਨਾਲ 1674 ਈਸਵੀ ਦੇ ਵਿੱਚ ਮਤਲਬ ਆਪਣੀ ਬਾਦਸ਼ਾਹਤ ਦਾ ਐਲਾਨ ਕਰਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਕਰਨਾਟਕ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਸੀ। ਇਸ ਤਰੀਕੇ ਨਾਲ ਦੌਰ ਚੱਲਦਾ ਰਿਹਾ ਤੇ 1680 ਦੇ ਵਿੱਚ ਛਤਰਪਤੀ ਸ਼ਿਵਾਜੀ ਮਰਾਠਾ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਤੇ ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਮਤਲਬ ਆਪਣੀ ਰਿਆਸਤ ਦਾ ਬਣਿਆ, ਆਪਣੀ ਪੁੱਤਰ ਸ਼ੰਭਾ ਜੀ ਆਪਣੀ ਰਿਆਸਤ ਦਾ ਮਤਲਬ ਕਹਿ ਸਕਦੇ ਕਿ ਬਾਦਸ਼ਾਹ ਬਣਿਆ ਸੀਗਾ। ਤੇ ਇਸ ਤਰੀਕੇ ਨਾਲ ਉਸ ਤੋਂ ਬਾਅਦ ਵਾਲੇ ਮਤਲਬ ਕੁਝ ਸਮਾਂ ਬਾਅਦ ਕਮਜ਼ੋਰ ਹੁੰਦੀ ਗਈ ਆਪਣੀ ਇਹਨਾਂ ਦੀ ਬਾਦਸ਼ਾਹਤ ਤੇ ਉਸ ਤੋਂ ਬਾਅਦ ਦੇ ਵਿੱਚ ਖੁੱਸ ਗਿਆ ਸੀ। ਪਰ ਜਿੰਨਾ ਚਿਰ ਸ਼ਿਵਾਜੀ ਰਹੇ ਤਾਂ ਉਹਨਾਂ ਦੀ ਚੜ੍ਹਦੀ ਕਲਾ ਹਮੇਸ਼ਾ ਰਹੀ ਸੀ। ਮਤਲਬ ਇਹ ਮਰਾਠਾ ਸ਼ਿਵਾਜੀ ਬਹੁਤ ਉੱਚਾ ਨਾਮ ਆ। ਮਤਲਬ ਦੱਖਣੀ ਭਾਰਤ ਦੀ ਗੱਲ ਕਰੋਗੇ, ਦੱਖਣੀ ਭਾਰਤ ਨਹੀਂ ਪੂਰੇ ਭਾਰਤ ਦੇ ਵਿੱਚ ਬੜਾ ਉਹਨਾਂ ਦਾ ਸਤਿਕਾਰ ਦੇ ਨਾਲ ਨਾਂ ਲਿਆ ਜਾਂਦਾ ਵਾ। ਤੇ ਇਹੀ ਉਹ ਥਾਵਾਂ ਜਿੱਥੇ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਸੋ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਆਪਾਂ ਮਿਲਾਂਗੇ। ਮਿਹਰਬਾਨੀ, ਧੰਨਵਾਦ।